ਵੈਲਕਮ ਟੂ ਸਮਾਰਟ ਟੈਕ ਐਜੂਕੇਸ਼ਨ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵਾਊਚਰ ਐਂਟਰੀਜ਼ ਬਾਰੇ। ਬਟ ਅੱਜ ਦੀ ਵੀਡੀਓ ਵਿੱਚ ਆਪਾਂ ਹਾਲੇ ਪ੍ਰੈਕਟੀਕਲ ਐਂਟਰੀਜ਼ ਨਹੀਂ ਕਰਾਂਗੇ। ਆਪਾਂ ਜਸਟ ਟ੍ਰਾਂਜੈਕਸ਼ਨ ਪੜ੍ਹ ਕੇ ਉਹਨਾਂ ਦੇ ਵਿੱਚੋਂ ਅਕਾਊਂਟ, ਗਰੁੱਪ, ਲੈਜਰਸ ਐਂਡ ਕਿਹੜੇ ਵਾਊਚਰਸ ਯੂਜ਼ ਹੋਣਗੇ ਉਹਨਾਂ ਬਾਰੇ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਦੀਆਂ ਵੀਡੀਓਜ਼ ਵਿੱਚ ਆਪਾਂ ਟੈਲੀ ਪ੍ਰਾਈਮ ਦੀ ਇੰਟਰੋਡਕਸ਼ਨ, ਗਰੁੱਪਸ, ਲੈਜਰਸ, ਵਾਊਚਰਸ ਐਂਡ ਕੰਪਨੀ ਕ੍ਰੀਏਸ਼ਨ ਬਾਰੇ ਡਿਸਕਸ ਕੀਤਾ ਸੀ ਤੇ ਉਹਨਾਂ ਵੀਡੀਓਜ਼ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿੱਤੇ ਹਨ ਤੇ ਤੁਸੀਂ ਉੱਥੇ ਜਾ ਕੇ ਚੈੱਕਆਊਟ ਕਰ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਹੁਣ ਮੇਰੇ ਕੋਲ ਇੱਥੇ ਇੱਕ ਕੰਪਨੀ ਹੈ ਐਜੂਕੇਅਰ ਟੈਕਸ ਸੋਲਿਊਸ਼ਨਸ। ਇਸ ਨਾਲ ਰਿਲੇਟਡ ਕੁਝ ਟ੍ਰਾਂਜੈਕਸ਼ਨਸ ਮੇਰੇ ਕੋਲ ਹਨ ਜਿਨ੍ਹਾਂ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਇਹਨਾਂ ਨੂੰ ਟੈਲੀ ਪ੍ਰਾਈਮ ਵਿੱਚ ਪ੍ਰੈਕਟੀਕਲੀ ਆਪਾਂ ਕਿਵੇਂ ਕਰਨਾ ਹੈ ਉਹ ਆਪਾਂ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ। ਸੋ ਫਿਲਹਾਲ ਆਪਾਂ ਦੇਖਦੇ ਹਾਂ ਇਹਨਾਂ ਟ੍ਰਾਂਜੈਕਸ਼ਨਸ ਨੂੰ। ਜਿਵੇਂ ਮੇਰੇ ਕੋਲ ਪਹਿਲੀ ਟ੍ਰਾਂਜੈਕਸ਼ਨ ਹੈ, ਮਿਸਟਰ ਰਮੇਸ਼ ਸਟਾਰਟਡ ਆ ਬਿਜ਼ਨਸ ਐਜੂਕੇਅਰ ਟੈਕਸ ਸੋਲਿਊਸ਼ਨਸ ਬਾਈ ਕੈਸ਼ ਆਫ 4 ਲੱਖ। ਤਾਂ ਮਤਲਬ ਕੀ ਹੈਗਾ ਕਿ ਮਿਸਟਰ ਰਮੇਸ਼ ਨਾਮ ਦਾ ਕੋਈ ਬਿਜ਼ਨਸਮੈਨ ਹੈ ਜਿਸਨੇ ਐਜੂਕੇਅਰ ਟੈਕਸ ਸੋਲਿਊਸ਼ਨਸ ਨਾਮ ਦੀ ਕੰਪਨੀ ਸਟਾਰਟ ਕੀਤੀ ਹੈ। ਉਸ ਦੇ ਵਿੱਚ ਉਸਨੇ 4 ਲੱਖ ਰੁਪੀਸ ਕੈਸ਼ ਥਰੂ ਲਗਾਏ ਹਨ, ਮਤਲਬ ਕਿ ਆਪਣਾ ਪੈਸਾ ਇਨਵੈਸਟ ਕੀਤਾ ਹੈ ਆਪਣੇ ਬਿਜ਼ਨਸ ਦੇ ਵਿੱਚ। ਤੇ ਪਹਿਲਾਂ ਆਪਾਂ ਚੈੱਕ ਕਰਦੇ ਹਾਂ ਕਿ ਇਸ ਦੇ ਵਿੱਚ ਕਿਹੜਾ ਅਕਾਊਂਟ ਨਿਕਲੇਗਾ ਤੇ ਉਹ ਅਕਾਊਂਟ ਕਿਸ ਗਰੁੱਪ ਦੇ ਅੰਡਰ ਆਏਗਾ ਤੇ ਕੀ ਡੈਬਿਟ ਹੋਏਗਾ, ਕੀ ਕ੍ਰੈਡਿਟ ਹੋਏਗਾ ਐਂਡ ਇੱਥੇ ਵਾਊਚਰ ਕਿਹੜਾ ਯੂਜ਼ ਹੋਏਗਾ। ਸੋ ਸਟਾਰਟ ਕਰਦੇ ਹਾਂ। ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲ ਇੱਕ ਟੇਬਲ ਬਣਿਆ ਹੋਇਆ ਹੈ ਜਿਸ ਦੇ ਵਿੱਚ ਲੈਜਰ, ਗਰੁੱਪ, ਵਾਊਚਰ, ਡੈਬਿਟ ਐਂਡ ਕ੍ਰੈਡਿਟ ਲਿਖਿਆ ਹੋਇਆ ਹੈ। ਤੇ ਮਤਲਬ ਇਸ ਟ੍ਰਾਂਜੈਕਸ਼ਨ ਵਿੱਚੋਂ ਇਹ 5 ਚੀਜ਼ਾਂ ਨਿਕਲ ਕੇ ਆਉਣਗੀਆਂ ਤੇ ਆਪਾਂ ਡਿਸਕਸ ਕਰਦੇ ਹਾਂ ਹੁਣ ਇਹਨਾਂ ਬਾਰੇ। ਜਿਵੇਂ ਹੁਣ ਮੇਰੀ ਟ੍ਰਾਂਜੈਕਸ਼ਨ ਸੀ, ਮਿਸਟਰ ਰਮੇਸ਼ ਸਟਾਰਟਡ ਆ ਬਿਜ਼ਨਸ ਐਜੂਕੇਅਰ ਟੈਕਸ ਸੋਲਿਊਸ਼ਨਸ ਬਾਈ ਕੈਸ਼ ਆਫ 4 ਲੱਖ। ਤਾਂ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਨਿਕਲੇਗਾ, ਮਿਸਟਰ ਰਮੇਸ਼ ਦਾ ਲੈਜਰ। ਤਾਂ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਮਿਸਟਰ ਰਮੇਸ਼ ਦਾ ਲੈਜਰ ਬਣੇਗਾ ਤੇ ਮਿਸਟਰ ਰਮੇਸ਼ ਕੈਪੀਟਲ ਅਕਾਊਂਟ ਦੇ ਅੰਡਰ ਆਏਗਾ ਕਿਉਂਕਿ ਮਿਸਟਰ ਰਮੇਸ਼ ਆਪਣੀ ਕੈਪੀਟਲ ਬਿਜ਼ਨਸ ਵਿੱਚ ਲਗਾ ਰਿਹਾ ਹੈ, ਮਤਲਬ ਆਪਣੀ ਪੂੰਜੀ ਬਿਜ਼ਨਸ ਵਿੱਚ ਲਗਾ ਰਿਹਾ ਹੈ। ਤਾਂ ਵਾਊਚਰ ਇਸ ਦੇ ਲਈ ਰਿਸਿਪਟ ਦਾ ਯੂਜ਼ ਹੋਏਗਾ ਕਿਉਂਕਿ ਇੱਥੇ ਬਿਜ਼ਨਸ ਵਿੱਚ ਪੈਸਾ ਆ ਰਿਹਾ ਹੈ। ਹੁਣ ਤੁਸੀਂ ਕਹੋਗੇ ਕਿ ਮਿਸਟਰ ਰਮੇਸ਼ ਬਿਜ਼ਨਸ ਦਾ ਓਨਰ ਹੈ ਤੇ ਉਹ ਆਪਣੇ ਹੀ ਬਿਜ਼ਨਸ ਵਿੱਚ ਪੈਸਾ ਲਗਾ ਰਿਹਾ, ਤਾਂ ਬਿਜ਼ਨਸ ਨੂੰ ਪੈਸਾ ਕਿਵੇਂ ਰਿਸੀਵ ਹੋ ਰਿਹਾ ਹੈ। ਟੈਲੀ ਦੇ ਵਿੱਚ ਬਿਜ਼ਨਸ ਅਤੇ ਬਿਜ਼ਨਸਮੈਨ ਦੋਨੋਂ ਅਲੱਗ-ਅਲੱਗ ਕੰਸੀਡਰ ਹੋਣਗੇ। ਹੁਣ ਬਿਜ਼ਨਸਮੈਨ ਜੇ ਬਿਜ਼ਨਸ ਵਿੱਚ ਪੈਸਾ ਲਗਾ ਰਿਹਾ ਹੈ, ਚਾਹੇ ਆਪਣੀ ਕੈਪੀਟਲ ਹੀ ਲਗਾ ਰਿਹਾ ਹੈ, ਤਾਂ ਇੱਥੇ ਬਿਜ਼ਨਸ ਪੈਸਾ ਰਿਸੀਵ ਕਰ ਰਿਹਾ ਹੈ, ਤਾਂ ਇਸ ਲਈ ਇੱਥੇ ਰਿਸਿਪਟ ਦਾ ਵਾਊਚਰ ਹੀ ਯੂਜ਼ ਹੋਏਗਾ। ਅਗਲਾ ਲੈਜਰ ਜੋ ਬਣੇਗਾ ਇੱਥੇ ਕੈਸ਼ ਦਾ ਲੈਜਰ ਬਣੇਗਾ। ਕੈਸ਼ ਦਾ ਲੈਜਰ ਟੈਲੀ ਵਿੱਚ ਬਣਾਉਣ ਦੀ ਲੋੜ ਨਹੀਂ ਪੈਂਦੀ, ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਕੈਸ਼ ਦਾ ਲੈਜਰ ਟੈਲੀ ਵਿੱਚ ਇਨਬਿਲਟ ਹੁੰਦਾ ਹੈ, ਉਸ ਨੂੰ ਕ੍ਰੀਏਟ ਕਰਨ ਦੀ ਲੋੜ ਨਹੀਂ ਪੈਂਦੀ। ਸੋ ਆਪਾਂ ਕੈਸ਼ ਦਾ ਲੈਜਰ ਹੁਣ ਨਹੀਂ ਬਣਾਵਾਂਗੇ। ਦੈਨ ਉਸ ਤੋਂ ਬਾਅਦ ਡੈਬਿਟ ਐਂਡ ਕ੍ਰੈਡਿਟ। ਡੈਬਿਟ ਐਂਡ ਕ੍ਰੈਡਿਟ ਦੇ ਲਈ ਤੁਹਾਨੂੰ ਰੂਲਸ ਯਾਦ ਕਰਨੇ ਪੈਣਗੇ। ਜਿਵੇਂ ਮੇਰੇ ਕੋਲ ਇੱਥੇ ਕੈਸ਼ ਦਾ ਲੈਜਰ ਹੈ ਤਾਂ ਕੈਸ਼ ਕੀ ਰੀਅਲ ਅਕਾਊਂਟ ਹੈ, ਤਾਂ ਰੀਅਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ, ਡੈਬਿਟ ਬਟ ਕਮਸ ਇਨ। ਤਾਂ ਕੈਸ਼ ਬਿਜ਼ਨਸ ਵਿੱਚ ਆ ਰਿਹਾ ਹੈ ਤਾਂ ਕੈਸ਼ ਡੈਬਿਟ ਹੋਏਗਾ 4 ਲੱਖ ਰੁਪੀਸ ਦੇ ਨਾਲ। ਦੈਨ ਕ੍ਰੈਡਿਟ ਮਿਸਟਰ ਰਮੇਸ਼ ਹੋਏਗਾ ਕਿਉਂਕਿ ਮਿਸਟਰ ਰਮੇਸ਼ ਬਿਜ਼ਨਸ ਵਿੱਚ ਪੈਸਾ ਲਗਾ ਰਿਹਾ ਹੈ, ਤਾਂ ਕ੍ਰੈਡਿਟ ਦਾ ਗਿਵਰ। ਪਰਸਨਲ ਅਕਾਊਂਟ ਦਾ ਰੂਲ ਕੀ ਹੈ, ਕ੍ਰੈਡਿਟ ਦਾ ਗਿਵਰ। ਸੋ ਇਹ ਸੀ ਆਪਣੀ ਪਹਿਲੀ ਟ੍ਰਾਂਜੈਕਸ਼ਨ। ਤੁਸੀਂ ਇਸ ਤਰ੍ਹਾਂ ਹਰ ਟ੍ਰਾਂਜੈਕਸ਼ਨ ਵਿੱਚੋਂ ਲੈਜਰ, ਗਰੁੱਪ, ਵਾਊਚਰ, ਡੈਬਿਟ ਐਂਡ ਕ੍ਰੈਡਿਟ ਚੈੱਕ ਕਰਨੇ ਹਨ। ਦੈਨ ਹੁਣ ਆਪਾਂ ਆਉਂਦੇ ਹਾਂ ਨੈਕਸਟ ਟ੍ਰਾਂਜੈਕਸ਼ਨ ਤੇ ਨੈਕਸਟ ਟ੍ਰਾਂਜੈਕਸ਼ਨ ਵਿੱਚ ਕੀ ਕਹਿ ਰਿਹਾ ਹੈ, ਹੀ ਪੇਡ 23,400 ਇਨ ਕੈਸ਼ ਟੂ ਪਰਚੇਸ ਅ ਕੰਪਿਊਟਰ ਫॉर ਆਫਿਸ ਯੂਜ਼। ਤਾਂ ਹੁਣ ਇਸ ਦੇ ਵਿੱਚੋਂ ਆਪਾਂ ਦੇਖਦੇ ਹਾਂ ਲੈਜਰ ਕਿਹੜਾ ਬਣੇਗਾ। ਸਭ ਤੋਂ ਪਹਿਲਾਂ ਲੈਜਰ ਬਣੇਗਾ ਇੱਥੇ ਕੰਪਿਊਟਰ ਦਾ। ਤੇ ਕੰਪਿਊਟਰ ਤੁਹਾਡੇ ਬਿਜ਼ਨਸ ਦੀ ਫਿਕਸਡ ਐਸਟ ਹੈ ਕਿਉਂਕਿ ਇਸ ਨੂੰ ਆਪਾਂ ਬਿਜ਼ਨਸ ਵਿੱਚ ਲੰਬਾ ਟਾਈਮ ਯੂਜ਼ ਕਰਨਾ ਹੈ। ਦੈਨ ਦੂਸਰਾ ਜੋ ਲੈਜਰ ਬਣੇਗਾ ਉਹ ਕੈਸ਼ ਦਾ ਲੈਜਰ ਬਣੇਗਾ ਤੇ ਕੈਸ਼ ਦਾ ਲੈਜਰ ਆਲਰੇਡੀ ਆਪਣੇ ਕੋਲ ਬਣਿਆ ਹੋਇਆ ਹੈ, ਇਸ ਕਰਕੇ ਆਪਾਂ ਇੱਥੇ ਕੈਸ਼ ਲੈਜਰ ਨਹੀਂ ਬਣਾਵਾਂਗੇ। ਤੇ ਵਾਊਚਰ ਇੱਥੇ ਪੇਮੈਂਟ ਦਾ ਯੂਜ਼ ਹੋਏਗਾ ਕਿਉਂਕਿ ਆਪਾਂ ਇੱਥੇ ਕੈਸ਼ ਪੇ ਕਰ ਰਹੇ ਹਾਂ। ਹੁਣ ਡੈਬਿਟ ਇੱਥੇ ਕੰਪਿਊਟਰ ਹੋਏਗਾ ਕਿਉਂਕਿ ਕੰਪਿਊਟਰ ਬਿਜ਼ਨਸ ਵਿੱਚ ਆ ਰਿਹਾ ਹੈ। ਰੀਅਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ, ਡੈਬਿਟ ਵਟ ਕਮਸ ਇਨ ਐਂਡ ਕ੍ਰੈਡਿਟ ਵਟ ਗੋਜ਼ ਆਊਟ। ਤਾਂ ਹੁਣ ਇੱਥੇ ਕੈਸ਼ ਤੇ ਕੰਪਿਊਟਰ ਦੋਨੋਂ ਹੀ ਰੀਅਲ ਅਕਾਊਂਟ ਹਨ ਤੇ ਕੰਪਿਊਟਰ ਬਿਜ਼ਨਸ ਵਿੱਚ ਆ ਰਿਹਾ ਹੈ, ਇਸ ਕਰਕੇ ਇਹ ਡੈਬਿਟ ਤੇ ਕੈਸ਼ ਕ੍ਰੈਡਿਟ ਹੋਏਗਾ। ਦੈਨ ਚਲਦੇ ਹਾਂ ਆਪਾਂ ਅਗਲੀ ਟ੍ਰਾਂਜੈਕਸ਼ਨ ਤੇ। ਇਸ ਐਂਟਰੀ ਵਿੱਚ ਕੀ ਕਹਿ ਰਿਹਾ ਹੈ, ਹੀ ਓਪਨਡ ਬੈਂਕ ਅਕਾਊਂਟ ਇਨ SBI ਬੈਂਕ ਐਂਡ ਡਿਪੋਜ਼ਿਟ ਕੈਸ਼ ਆਫ ₹90,000। ਹੁਣ ਇਸ ਦੇ ਵਿੱਚ ਕੀ ਕਹਿ ਰਿਹਾ ਹੈ ਕਿ ਮਿਸਟਰ ਰਮੇਸ਼ ਨੇ SBI ਬੈਂਕ ਵਿੱਚ ਇੱਕ ਬੈਂਕ ਅਕਾਊਂਟ ਓਪਨ ਕੀਤਾ ਹੈ ਤੇ ₹90,000 ਉਸ ਵਿੱਚ ਡਿਪੋਜ਼ਿਟ ਕਰਵਾਏ ਹਨ। ਤਾਂ ਬੈਂਕ ਅਕਾਊਂਟ ਓਪਨ ਕੀਤਾ ਹੈ ਤਾਂ ਇਸ ਦੇ ਨਾਮ ਦੀ ਆਪਾਂ ਕੋਈ ਵੀ ਟ੍ਰਾਂਜੈਕਸ਼ਨ ਨਹੀਂ ਰਿਕਾਰਡ ਕਰਾਂਗੇ। ਆਪਾਂ ਇੱਥੇ SBI ਬੈਂਕ ਦਾ ਇੱਕ ਲੈਜਰ ਬਣਾਵਾਂਗੇ। ਬੈਂਕ ਅਕਾਊਂਟ ਦਾ ਲੈਜਰ ਹੈ ਹਮੇਸ਼ਾ ਬੈਂਕ ਅਕਾਊਂਟ ਗਰੁੱਪ ਦੇ ਅੰਡਰ ਹੀ ਆਉਂਦਾ ਹੈ। ਦੈਨ ਦੂਸਰਾ ਜੋ ਲੈਜਰ ਹੈ ਉਹ ਕੈਸ਼ ਦਾ ਹੋਏਗਾ। ਵਾਊਚਰ ਇਸ ਦੇ ਵਿੱਚ ਕੰਟਰਾ ਯੂਜ਼ ਹੋਏਗਾ ਕਿਉਂਕਿ ਇੱਥੇ ਬਿਜ਼ਨਸ ਦਾ ਪੈਸਾ ਹੀ ਬਿਜ਼ਨਸ ਦੇ ਅਕਾਊਂਟ ਵਿੱਚ ਜਾ ਰਿਹਾ ਹੈ, ਤਾਂ ਇਸ ਕਰਕੇ ਇੱਥੇ ਕੰਟਰਾ ਮਤਲਬ ਟ੍ਰਾਂਸਫਰ ਹੋ ਰਿਹਾ ਹੈ ਕੈਸ਼ ਅਕਾਊਂਟ ਤੋਂ SBI ਬੈਂਕ ਦੇ ਵਿੱਚ। ਹੁਣ ਇੱਥੇ ਡੈਬਿਟ ਜੋ ਹੈ SBI ਬੈਂਕ ਹੋਏਗਾ ਕਿਉਂਕਿ ਪਰਸਨਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ,
ਡੈਬਿਟ ਦਾ ਰਿਸੀਵਰ ਐਂਡ ਕ੍ਰੈਡਿਟ ਦਾ ਗਿਵਰ। ਤਾਂ ਹੁਣ SBI ਬੈਂਕ ਇੱਥੇ ਰਿਸੀਵਰ ਹੈ ਐਂਡ ਕੈਸ਼ ਅਕਾਊਂਟ ਇੱਥੇ ਗਿਵਰ ਹੈ। ਦੈਨ ਨੈਕਸਟ ਟ੍ਰਾਂਜੈਕਸ਼ਨ ਵਿੱਚ ਕੀ ਕਹਿ ਰਿਹਾ ਹੈ, ਮਿਸਟਰ ਰਮੇਸ਼ ਹਾਇਰਡ ਕਲਪਨਾ ਐਜ਼ ਸੀਨੀਅਰ ਮੈਨੇਜਰ ਔਨ ਅ ਮੰਥਲੀ ਸੈਲਰੀ ਆਫ ₹8,000 ਐਂਡ ਰਣਬੀਰ ਐਜ਼ ਅਸਿਸਟੈਂਟ ਮੈਨੇਜਰ ਔਨ ਅ ਮੰਥਲੀ ਸੈਲਰੀ ਆਫ 6,000। ਹੁਣ ਇੱਥੇ ਕੋਈ ਵੀ ਟ੍ਰਾਂਜੈਕਸ਼ਨ ਰਿਕਾਰਡ ਨਹੀਂ ਹੋਏਗੀ ਕਿਉਂਕਿ ਇੱਥੇ ਜਸਟ ਗੱਲ ਹੋ ਰਹੀ ਹੈ ਕਿ ਮਿਸਟਰ ਰਮੇਸ਼ ਨੇ ਕਲਪਨਾ ਨਾਮ ਦੇ ਇੱਕ EMPLOYEE ਨੂੰ ਸੀਨੀਅਰ ਮੈਨੇਜਰ ਹਾਇਰ ਕੀਤਾ ਹੈ 8,000 ਸੈਲਰੀ ਤੇ ਐਂਡ ਰਣਬੀਰ ਨਾਮ ਦੇ EMPLOYEE ਨੂੰ ਅਸਿਸਟੈਂਟ ਮੈਨੇਜਰ ਦੀ ਪੋਸਟ ਲਈ ਹਾਇਰ ਕੀਤਾ ਹੈ 6,000 ਮੰਥਲੀ ਸੈਲਰੀ ਤੇ। ਤਾਂ ਇਸ ਦੇ ਵਿੱਚ ਜਸਟ ਗੱਲ ਹੋ ਰਹੀ ਹੈ, ਇਸ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਰਿਕਾਰਡ ਨਹੀਂ ਹੋਏਗੀ। ਤਾਂ ਆਪਾਂ ਅੱਗੇ ਦੇਖਦੇ ਹਾਂ। ਹੁਣ ਇਸ ਟ੍ਰਾਂਜੈਕਸ਼ਨ ਵਿੱਚ ਕੀ ਆ ਰਿਹਾ ਹੈ, ਮਿਸਟਰ ਰਮੇਸ਼ ਇਸ਼ੂਡ ਚੈੱਕ ਐਂਡ ਪਰਚੇਸ ਦਾ ਫਿਕਸਡ ਐਸੇਟ ਸਚ ਐਜ਼ ਮੋਬਾਈਲ ਫੋਨ ₹9,500, ਫਰਨੀਚਰ ₹25,000, 에ਅਰ ਕੰਡੀਸ਼ਨਰ ₹24,600। ਤਾਂ ਇਸ ਦੇ ਵਿੱਚ ਜੋ ਲੈਜਰ ਬਣਨਗੇ ਫਿਕਸਡ ਐਸੇਟਸ ਤੇ ਬਣਨਗੇ। ਸਭ ਤੋਂ ਪਹਿਲਾਂ ਮੋਬਾਈਲ ਫੋਨ, ਫਰਨੀਚਰ, 에ਅਰ ਕੰਡੀਸ਼ਨਰ। ਗਰੁੱਪ ਜੋ ਹੈ ਇਹਨਾਂ ਦਾ ਫਿਕਸਡ ਐਸੇਟ ਰਹੇਗਾ, ਆਲਰੇਡੀ ਤੁਹਾਨੂੰ ਇੱਥੇ ਮੈਂਸ਼ਨ ਵੀ ਕੀਤਾ ਹੋਇਆ ਹੈ। ਵਾਊਚਰ ਇੱਥੇ ਪੇਮੈਂਟ ਹੋਏਗਾ ਕਿਉਂਕਿ ਚੈੱਕ ਥਰੂ ਪੇਮੈਂਟ ਹੋ ਰਹੀ ਹੈ ਐਂਡ ਡੈਬਿਟ ਇੱਥੇ ਸਾਰੀਆਂ ਫਿਕਸਡ ਐਸੇਟਸ ਹੋਣਗੀਆਂ ਕਿਉਂਕਿ ਫਿਕਸਡ ਐਸੇਟਸ ਬਿਜ਼ਨਸ ਵਿੱਚ ਆ ਰਹੀਆਂ ਹਨ ਤੇ ਕ੍ਰੈਡਿਟ ਇੱਥੇ ਬੈਂਕ ਅਕਾਊਂਟ ਹੋਏਗਾ ਜੋ ਚੈੱਕ ਜੋ ਇਸ਼ੂ ਕੀਤਾ ਹੈ ਉਹ ਬੈਂਕ ਅਕਾਊਂਟ ਦੇ ਥਰੂ ਕੀਤਾ ਹੈ। ਆਈ ਹੋਪ ਤੁਹਾਨੂੰ ਸਮਝ ਲੱਗ ਰਹੀ ਹੋਏਗੀ। ਹੁਣ ਇਸ ਟ੍ਰਾਂਜੈਕਸ਼ਨ ਵਿੱਚ ਕੀ ਹੈ, ਮਿਸਟਰ ਰਮੇਸ਼ ਪਰਚੇਸ ਸਟੇਸ਼ਨਰੀ ਵਰਥ 8,550 ਫਰੋਮ AK ਸਟੇਸ਼ਨਰੀ ਔਨ ਕ੍ਰੈਡਿਟ ਮਤਲਬ ਮਿਸਟਰ ਰਮੇਸ਼ ਨੇ ਸਟੇਸ਼ਨਰੀ ਪਰਚੇਸ ਕੀਤੀ ਹੈ ਉਧਾਰ ਤੇ AK ਸਟੇਸ਼ਨਰੀ ਤੋਂ। ਤਾਂ ਹੁਣ ਇਸ ਦੇ ਵਿੱਚ ਜੋ ਲੈਜਰ ਬਣੇਗਾ ਸਭ ਤੋਂ ਪਹਿਲਾਂ AK ਸਟੇਸ਼ਨਰੀ ਦਾ ਬਣੇਗਾ। ਹੁਣ AK ਸਟੇਸ਼ਨਰੀ ਤੋਂ ਆਪਾਂ ਪਰਚੇਸ ਕਰ ਰਹੇ ਹਾਂ ਉਧਾਰ ਤੇ ਇਸ ਕਰਕੇ ਇਸ ਦਾ ਜੋ ਗਰੁੱਪ ਹੈ ਉਹ ਸੈਂਡਰੀ ਕ੍ਰੈਡੀਟਰ ਹੋਏਗਾ। दूसरा जो लेजर बनेगा वो स्टेशनरी का बनेगा एंड स्टेशनरी जो है वो इनडायरेक्ट एक्सपेंस है। वाउचर इत्थे परचेज यूज होएगा, इसनूं तुसीं जनरल वाउचर विच भी रिकॉर्ड कर सकते हो। ਹੁਣ ਡੈਬਿਟ ਇੱਥੇ ਸਟੇਸ਼ਨਰੀ ਹੋਏਗੀ, ਜਿਵੇਂ ਨੋਮੀਨਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ ਕਿ ਜਿੰਨੇ ਵੀ ਐਕਸਪੈਂਸਸ ਨੇ ਉਹ ਸਾਰੇ ਡੈਬਿਟ ਹੋਣਗੇ। ਤਾਂ ਸਟੇਸ਼ਨਰੀ ਇੱਥੇ ਇਨਡਾਇਰੈਕਟ ਐਕਸਪੈਂਸ ਹੈ ਤੇ ਕ੍ਰੈਡਿਟ ਇੱਥੇ AK ਸਟੇਸ਼ਨਰੀ ਹੋਏਗਾ। ਤੇ ਜਿਵੇਂ ਪਰਸਨਲ ਅਕਾਊਂਟ ਦਾ ਰੂਲ ਕੀ ਹੈ, ਕ੍ਰੈਡਿਟ ਦਾ ਗਿਵਰ, ਤਾਂ AK ਸਟੇਸ਼ਨਰੀ ਇੱਥੇ ਗਿਵਰ ਹੈ। ਹੁਣ ਨੈਕਸਟ ਟ੍ਰਾਂਜੈਕਸ਼ਨ ਵਿੱਚ ਕੀ ਹੈ, ਮਿਸਟਰ ਰਮੇਸ਼ ਸਾਈਨਡ ਆ ਕੰਟਰੈਕਟ ਵਿਦ punjab.co services to provide consultancy service at price of 75,000. He received an advance of ₹30,000 by check. ਹੁਣ ਇੱਥੇ ਕੀ ਹੈ, ਮਿਸਟਰ ਰਮੇਸ਼ ਨੇ punjab.co services ਦੇ ਨਾਲ ਇੱਕ ਕੰਟਰੈਕਟ ਸਾਈਨ ਕੀਤਾ ਹੈ ਜਿਸ ਦੇ ਵਿੱਚ ਉਹ ਕੰਸਲਟੈਂਸੀ ਸਰਵਿਸ ਪ੍ਰੋਵਾਈਡ ਕਰਨਗੇ ਐਂਡ ਇਸ ਦੀ ਜੋ ਫੀਸ ਹੈ 75,000 ਹੈ ਤੇ punjab.co services ਨੇ ਇੱਕ ਐਡਵਾਂਸ ਚੈੱਕ ਦਿੱਤਾ ਹੈ 30,000 ਦਾ। ਤਾਂ ਹੁਣ ਇਸ ਨੂੰ ਆਪਾਂ ਕਿਵੇਂ ਰਿਕਾਰਡ ਕਰਨਾ ਹੈ, ਹੁਣ ਇੱਥੇ ਕੀ ਹੈ ਕਿ ਐਕਚੁਅਲ ਦੇ ਵਿੱਚ ਹਾਲੇ ਆਪਾਂ ਸਰਵਿਸ ਉੱਥੇ ਦਿੱਤੀ ਨਹੀਂ ਹੈ ਹੁਣ ਕਿਉਂਕਿ ਜੋ ਕੰਸਲਟੈਂਸੀ ਸਰਵਿਸ ਦੀ ਫੀਸ ਹੈ ਉਹ ਆਪਣੀ ਇੱਥੇ ਇਨਕਮ ਹੋ ਰਹੀ ਹੈ। ਤਾਂ ਇਨਕਮ ਜੋ ਹੋਏਗੀ ਉਹ ਡਾਇਰੈਕਟ ਇਨਕਮ ਹੋਏਗੀ ਬਟ ਇੱਥੇ ਹਾਲੇ ਆਪਾਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਨਹੀਂ ਕੀਤੀ ਤਾਂ ਇਸ ਕਰਕੇ ਇਸ ਨੂੰ ਆਪਾਂ ਇਨਕਮ ਦੇ ਵਿੱਚ ਨਹੀਂ ਰੱਖ ਸਕਦੇ। ਉਹਨਾਂ ਨੇ ਕੀ ਕੀਤਾ ਹੈ ਕਿ ਇੱਕ ਐਡਵਾਂਸ ਚੈੱਕ ਦਿੱਤਾ ਹੈ ਐਂਡ ਹੋ ਸਕਦਾ ਹੈ ਕਿਸੇ ਵੀ ਰੀਜ਼ਨ ਕਰਕੇ ਉਹ ਆਪਣਾ ਕੰਟਰੈਕਟ ਕੈਂਸਲ ਵੀ ਕਰ ਦੇਣ ਤਾਂ ਇਸ ਕਰਕੇ ਇਸ ਨੂੰ ਜਸਟ ਹਾਲੇ ਆਪਾਂ ਐਡਵਾਂਸ ਵਿੱਚ ਰੱਖਾਂਗੇ, ਇਹ ਆਪਣੀ ਇਨਕਮ ਨਹੀਂ ਹੈ। ਲੈਜਰ ਜੋ ਹੈ ਇੱਥੇ ਆਪਾਂ ਐਡਵਾਂਸ ਫੀਸ ਦਾ ਰੱਖ ਲੈਂਦੇ ਹਾਂ ਤੇ ਗਰੁੱਪ ਜੋ ਹੈ ਇਸ ਦਾ ਕਰੰਟ ਲਾਇਬਿਲਿਟੀ ਹੋਏਗਾ ਕਿਉਂਕਿ ਇਹ ਐਡਵਾਂਸ ਪੇਮੈਂਟ ਹੈ ਇਸ ਕਰਕੇ ਇਸ ਨੂੰ ਆਪਾਂ ਆਪਣੀ ਇਨਕਮ ਸ਼ੋ ਨਹੀਂ ਕਰ ਸਕਦੇ। ਜਿਵੇਂ ਮੈਂ ਪਹਿਲਾਂ ਹੀ ਮੈਂਸ਼ਨ ਕੀਤਾ ਹੈ ਕਿ ਹੋ ਸਕਦਾ ਕਿਸੇ ਰੀਜ਼ਨ ਕਰਕੇ ਉਹ ਆਪਣਾ ਕੰਟਰੈਕਟ ਕੈਂਸਲ ਵੀ ਕਰ ਦੇਣ ਤੇ ਇਸ ਨੂੰ ਆਪਾਂ ਡਾਇਰੈਕਟ ਕਰੰਟ ਲਾਇਬਿਲਿਟੀਜ਼ ਦੇ ਗਰੁੱਪ ਦੇ ਅੰਡਰ ਨਹੀਂ ਰੱਖਾਂਗੇ। ਇਸ ਦੇ ਲਈ ਆਪਾਂ ਇੱਕ ਨਵਾਂ ਗਰੁੱਪ ਕ੍ਰੀਏਟ ਕਰਾਂਗੇ ਐਡਵਾਂਸ ਰੈਵਨਿਊ ਦਾ ਜਿਸ ਨੂੰ ਆਪਾਂ ਰੱਖਾਂਗੇ ਕਰੰਟ ਲਾਇਬਿਲਿਟੀਜ਼ ਦੇ ਅੰਡਰ। ਐਂਡ ਦੂਸਰਾ ਜੋ ਲੈਜਰ ਹੈ ਉਹ SBI ਬੈਂਕ ਦਾ ਬਣੇਗਾ ਕਿਉਂਕਿ ਆਪਣੇ ਕੋਲ ਪੇਮੈਂਟ ਜੋ ਰਿਸੀਵ ਹੋ ਰਹੀ ਹੈ ਉਹ ਬੈਂਕ ਥਰੂ ਹੋ ਰਹੀ ਹੈ। ਵੈਸੇ ਇੱਥੇ ਮੈਂ ਲਿਖ ਦਿੱਤਾ ਹੈ ਦੁਬਾਰਾ SBI ਬੈਂਕ ਬਟ ਟੈਲੀ ਦੇ ਵਿੱਚ ਕੀ ਹੈ ਡੁਪਲੀਕੇਟ ਲੈਜਰ ਨਹੀਂ ਬਣਦੇ, ਮਤਲਬ ਇੱਕ ਲੈਜਰ ਇੱਕੋ ਵਾਰੀ ਕ੍ਰੀਏਟ ਹੋਏਗਾ ਉਹ ਤੁਸੀਂ ਦੁਬਾਰਾ ਕ੍ਰੀਏਟ ਨਹੀਂ ਕਰ ਸਕਦੇ। ਤੇ ਵਾਊਚਰ ਜੇ ਇੱਥੇ ਯੂਜ਼ ਹੋਏਗਾ ਉਹ ਰਿਸਿਪਟ ਦਾ ਹੋਏਗਾ ਕਿਉਂਕਿ ਐਕਚੁਅਲ ਦੇ ਵਿੱਚ ਪੈਸਾ ਤਾਂ ਆ ਹੀ ਰਿਹਾ ਨੇ ਬਿਜ਼ਨਸ ਵਿੱਚ ਚਾਹੇ ਉਹ ਐਡਵਾਂਸ ਹੀ ਆ ਰਿਹਾ। ਡੈਬਿਟ ਇੱਥੇ SBI ਬੈਂਕ ਹੋਏਗਾ ਕਿਉਂਕਿ ਬੈਂਕ ਪੈਸਾ ਰਿਸੀਵ ਕਰ ਰਹੀ ਹੈ। ਫਿਲਹਾਲ ਲਈ ਇੱਥੇ ਕ੍ਰੈਡਿਟ ਐਡਵਾਂਸ ਫੀ ਲੈਜਰ ਹੋ ਰਿਹਾ ਹੈ। ਜਦੋਂ ਆਪਾਂ punjab.co ਸਰਵਿਸਿਜ਼ ਨੂੰ ਉਹਨਾਂ ਦੀ ਸਰਵਿਸ ਪ੍ਰੋਵਾਈਡ ਕਰ ਦੇਵਾਂਗੇ ਤੇ ਜਦੋਂ ਉਹ ਪੇਮੈਂਟ ਕਰਨਗੇ ਦੈਨ ਉਸ ਟਾਈਮ ਆਪਣੀ ਇਹ ਇਨਕਮ ਹੋਏਗੀ। ਦੈਨ ਚਲਦੇ ਹਾਂ ਆਪਾਂ ਨੈਕਸਟ ਐਂਟਰੀ ਵੱਲ। ਹੁਣ ਇਸ ਐਂਟਰੀ ਵਿੱਚ ਕੀ ਹੈ, ਹੀ ਡਿਪੋਜ਼ਿਟ 50,000 ਕੈਸ਼ ਇਨ SBI ਬੈਂਕ, ਮਤਲਬ ਮਿਸਟਰ ਰਮੇਸ਼ ਨੇ ਕੀ ਕੀਤਾ ਹੈ 50,000 ਰੁਪੀਜ਼ SBI ਬੈਂਕ ਵਿੱਚ ਡਿਪੋਜ਼ਿਟ ਕਰਵਾਏ ਹਨ। ਹੁਣ ਇੱਥੇ ਲੈਜਰ ਜੋ ਹੈ ਇੱਕ ਕੈਸ਼ ਦਾ ਹੋਏਗਾ, ਦੂਸਰਾ SBI ਬੈਂਕ ਦਾ। ਇਹ ਲੈਜਰ ਆਪਾਂ ਦੁਬਾਰਾ ਨਹੀਂ ਬਣਾਵਾਂਗੇ ਕਿਉਂਕਿ ਜਿਵੇਂ ਪਹਿਲਾਂ ਵੀ ਦੱਸਿਆ ਹੈ ਤੁਹਾਨੂੰ ਕਿ ਕੈਸ਼ ਐਂਡ SBI ਬੈਂਕ ਦਾ ਲੈਜਰ ਆਪਾਂ ਬਣਾ ਚੁੱਕੇ ਹਾਂ ਤੇ ਟੈਲੀ ਦੇ ਵਿੱਚ ਆਪਾਂ ਡੁਪਲੀਕੇਟ ਲੈਜਰ ਨਹੀਂ ਬਣਾ ਸਕਦੇ, ਇੱਕ ਲੈਜਰ ਇੱਕੋ ਵਾਰੀ ਹੀ ਬਣੇਗਾ। ਤੇ ਵਾਊਚਰ ਇੱਥੇ ਜੋ ਯੂਜ਼ ਹੋਏਗਾ ਉਹ ਕੰਟਰਾ ਹੋਏਗਾ ਕਿਉਂਕਿ ਬਿਜ਼ਨਸ ਦਾ ਜੋ ਕੈਸ਼ ਹੈ ਉਹੀ SBI ਬੈਂਕ ਦੇ ਵਿੱਚ ਜਾ ਰਿਹਾ ਹੈ, ਕੈਸ਼ ਅਕਾਊਂਟ ਤੋਂ SBI ਬੈਂਕ ਵਿੱਚ ਮਨੀ ਟ੍ਰਾਂਸਫਰ ਹੋ ਰਹੀ ਹੈ। ਡੈਬਿਟ ਇੱਥੇ SBI ਬੈਂਕ ਹੋਏਗਾ ਕਿਉਂਕਿ SBI ਬੈਂਕ ਇੱਥੇ ਰਿਸੀਵਰ ਹੈ ਤੇ ਕ੍ਰੈਡਿਟ ਕੈਸ਼ ਹੋਏਗਾ।
ਨੈਕਸਟ ਐਂਟਰੀ ਵਿੱਚ ਕੀ ਹੈ, ਮਿਸਟਰ ਰਮੇਸ਼ ਵਿਡਰੋ 7500 ਕੈਸ਼ ਫॉर ਪਰਸਨਲ ਯੂਜ਼। ਤਾਂ ਹੁਣ ਇੱਥੇ ਕੀ ਹੈ, ਮਿਸਟਰ ਰਮੇਸ਼ ਨੇ ਵਿਡਰੋ ਕੀਤੇ ਨੇ 7500 ਪਰਸਨਲ ਯੂਜ਼ ਦੇ ਲਈ। ਹੁਣ ਇੱਥੇ ਜੋ ਲੈਜਰ ਬਣੇਗਾ ਉਹ ਵਿਡਰੋ ਦਾ ਬਣੇਗਾ, ਕਿਉਂਕਿ ਮਿਸਟਰ ਰਮੇਸ਼ ਜੋ ਕੈਸ਼ ਵਿਡਰੋ ਕਰਵਾ ਰਿਹਾ ਉਹ ਪਰਸਨਲ ਯੂਜ਼ ਦੇ ਲਈ ਕਰਵਾ ਰਿਹਾ ਹੈ, ਕਿ ਉਹ ਬਿਜ਼ਨਸ ਯੂਜ਼ ਦੇ ਲਈ ਨਹੀਂ ਹੈ, ਉਹ ਉਸਦੇ ਪਰਸਨਲ ਯੂਜ਼ ਲਈ ਹੈ। ਤਾਂ ਵਿਡਰੋ ਦਾ ਜੋ ਲੈਜਰ ਹੈ ਉਹ ਕੈਪੀਟਲ ਅਕਾਊਂਟ ਦੇ ਅੰਡਰ ਆਏਗਾ, ਕਿਉਂਕਿ ਜੇ ਮਿਸਟਰ ਰਮੇਸ਼ ਬਿਜ਼ਨਸ ਵਿੱਚ ਪੈਸਾ ਲਗਾ ਰਿਹਾ ਤਾਂ ਉਹ ਆਪਣੀ ਕੈਪੀਟਲ ਲਗਾ ਰਿਹਾ, ਤਾਂ ਹੁਣ ਜੇ ਉਹ ਪੈਸਾ ਲੈ ਰਿਹਾ ਬਿਜ਼ਨਸ ਤੋਂ ਤਾਂ ਵੀ ਉਹ ਆਪਣੀ ਕੈਪੀਟਲ ਹੀ ਲਏਗਾ। ਤੇ ਦੂਸਰਾ ਜੋ ਲੈਜਰ ਹੈ ਇੱਥੇ ਕੈਸ਼ ਦਾ ਹੋਏਗਾ, ਕਿਉਂਕਿ ਉਹ ਕੈਸ਼ ਲੈ ਰਿਹਾ ਹੈ। ਐਂਡ ਵਾਊਚਰ ਇੱਥੇ ਪੇਮੈਂਟ ਯੂਜ਼ ਹੋਏਗਾ, ਕਿਉਂਕਿ ਜਿਸ ਟਾਈਮ ਬਿਜ਼ਨਸ ਵਿੱਚ ਇਸਨੇ ਪੈਸਾ ਲਗਾਇਆ ਸੀ ਤਾਂ ਵਾਊਚਰ ਰਿਸਿਪਟ ਦਾ ਯੂਜ਼ ਹੋਇਆ ਸੀ, ਕਿਉਂਕਿ ਇਹ ਪੈਸਾ ਦੇ ਰਿਹਾ ਸੀ ਤੇ ਬਿਜ਼ਨਸ ਪੈਸਾ ਰਿਸੀਵ ਕਰ ਰਿਹਾ ਸੀ। ਤਾਂ ਹੁਣ ਇਹ ਪੈਸਾ ਲੈ ਰਿਹਾ ਹੈ, ਮਤਲਬ ਓਨਰ ਪੈਸਾ ਲੈ ਰਿਹਾ ਹੈ ਤਾਂ ਬਿਜ਼ਨਸ ਇਸ ਨੂੰ ਪੇ ਕਰ ਰਿਹਾ ਹੈ। ਹੁਣ ਡੈਬਿਟ ਇੱਥੇ ਵਿਡਰੋ ਅਕਾਊਂਟ ਹੋਏਗਾ, ਕਿਉਂਕਿ ਮਿਸਟਰ ਰਮੇਸ਼ ਪੈਸਾ ਰਿਸੀਵ ਕਰ ਰਿਹਾ ਹੈ, ਤੇ ਕ੍ਰੈਡਿਟ ਇੱਥੇ ਕੈਸ਼ ਹੋਏਗਾ। ਕੈਸ਼ ਰੀਅਲ ਅਕਾਊਂਟ ਹੈ, ਤੇ ਰੀਅਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ, ਡੈਬਿਟ ਵਾਟ ਕਮਸ ਇਨ ਐਂਡ ਕ੍ਰੈਡਿਟ ਵਾਟ ਗੋਜ਼ ਆਊਟ, ਤੇ ਇੱਥੇ ਕੈਸ਼ ਬਿਜ਼ਨਸ ਵਿੱਚੋਂ ਜਾ ਰਿਹਾ ਹੈ। ਹੁਣ ਨੈਕਸਟ ਐਂਟਰੀ ਵਿੱਚ ਕੀ ਹੈ, ਹੀ ਪੇਡ ₹2500 ਇਨ ਕੈਸ਼ ਫॉर ਆਫਿਸ ਰੈਂਟ। ਤਾਂ ਹੁਣ ਇੱਥੇ ਕੀ ਹੈ, ਮਿਸਟਰ ਰਮੇਸ਼ ਨੇ ਆਫਿਸ ਰੈਂਟ ਪੇ ਕੀਤਾ ਹੈ 2500 ਕੈਸ਼ ਥਰੂ। ਤਾਂ ਲੈਜਰ ਜੋ ਬਣੇਗਾ ਇੱਥੇ ਸਭ ਤੋਂ ਪਹਿਲਾਂ ਆਫਿਸ ਰੈਂਟ ਦਾ ਬਣੇਗਾ, ਤੇ ਆਫਿਸ ਰੈਂਟ ਜੋ ਹੈ ਇਨਡਾਇਰੈਕਟ ਐਕਸਪੈਂਸ ਹੈ। ਤੇ ਦੂਸਰਾ ਜੋ ਲੈਜਰ ਹੈ ਉਹ ਕੈਸ਼ ਦਾ ਹੈ, ਕਿਉਂਕਿ ਆਪਾਂ ਕੈਸ਼ ਥਰੂ ਪੇ ਕਰ ਰਹੇ ਹਾਂ। ਤੇ ਵਾਊਚਰ ਜੋ ਹੈ ਇੱਥੇ ਪੇਮੈਂਟ ਦਾ ਯੂਜ਼ ਹੋਏਗਾ। ਤੇ ਡੈਬਿਟ ਹੁਣ ਇੱਥੇ ਆਫਿਸ ਰੈਂਟ ਹੋਏਗਾ, ਕਿਉਂਕਿ ਸਾਰੇ ਐਕਸਪੈਂਸਿਸ ਡੈਬਿਟ ਹੁੰਦੇ ਹਨ। ਤੇ ਕ੍ਰੈਡਿਟ ਕੈਸ਼ ਹੋਏਗਾ, ਕਿਉਂਕਿ ਕੈਸ਼ ਬਿਜ਼ਨਸ ਵਿੱਚੋਂ ਜਾ ਰਿਹਾ ਹੈ। ਹੁਣ ਇਸ ਤੋਂ ਅੱਗੇ ਦੀਆਂ ਜੋ ਐਂਟਰੀਜ਼ ਹਨ ਉਹ ਸਾਰੀਆਂ ਪ੍ਰੈਕਟਿਸ ਦੇ ਲਈ ਹਨ। ਉਹ ਸਾਰੀਆਂ ਐਂਟਰੀਜ਼ ਤੁਸੀਂ ਖੁਦ ਸੋਲਵ ਕਰਨੀਆਂ ਹਨ। ਤੇ ਜਿੱਥੇ ਤੁਹਾਨੂੰ ਕੋਈ ਡਾਊਟ ਹੈ ਜਾਂ ਕੋਈ ਵੀ ਕੁਐਸਚਨਿੰਗ ਹੈ, ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਲੀਅਰ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਤੇ ਨੈਕਸਟ ਵੀਡੀਓ ਵਿੱਚ ਆਪਾਂ ਇਹ ਸਾਰੀ ਐਂਟਰੀਜ਼ ਦੀ ਪ੍ਰੈਕਟੀਕਲ ਐਂਟਰੀਜ਼ ਕਰਾਂਗੇ।